ਜ਼ਿੰਦਗੀ ਇੱਕ ਸਫ਼ਰ ਹੈ ਔਰ ਇਸ ਸਫ਼ਰ ਵਿੱਚ ਅਸੀਂ ਅੱਜ ਕਰੋਨਾ ਮਹਾਮਾਰੀ ਦਾ ਸਾਹਮਣਾ ਕਰਦੇ ਪਏ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਸੜਕ 'ਤੇ ਨਿਕਲਦੇ ਹਾਂ ਲੰਬੀ ਯਾਤਰਾ ਲਈ ਤੇ ਸਾਨੂੰ ਰਸਤੇ 'ਚ ਇੱਕ ਬੋਰਡ ਮਿਲਦੇ ਨੇ, ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਅੱਜ ਸਾਡੇ ਸਾਹਮਣੇ ਉਹੀ ਸਥਿਤੀ ਹੈ। ਅਸੀਂ 60 ਦਿਨਾਂ ਦੇ ਸਮਝੋ ਲਾਕਡਾਊਨ ਦੇ ਬਾਅਦ ਪਹਿਲੇ ਅਨਲੌਕ ਦੇ ਵਿੱਚ ਚੱਲਦੇ ਪਏ ਹਾਂ। 15 ਦੇ ਬਾਅਦ ਪ੍ਰਦੇਸ਼ ਦੇ ਕੇਂਦਰ ਦੀ ਸਰਕਾਰ ਨੇ ਹੋਰ ਛੂਟਾਂ ਸਾਨੂੰ ਦੇ ਦੇਣੀਆਂ ਤੇ ਅਸੀਂ ਬਾਹਰ ਜਿਹੜੀ ਇੱਕ ਗਤੀ ਸਾਡੀ ਰੁਕੀ ਦੀ ਸੀ ਉਹ ਸ਼ੁਰੂ ਹੋ ਜਾਣੀ। ਆਪਣੇ ਹੱਥ ਸਾਫ਼ ਰੱਖੀਏ, ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕ ਕੇ ਰੱਖੀਏ, ਸੋਸ਼ਲ ਡਿਸਟੈਂਸਿੰਗ ਰੱਖੀਏ, ਚੰਗਾ ਆਹਾਰ ਸਾਫ਼ ਸੁਥਰਾ ਖਾਣਾ ਰੱਖੀਏ। ਸਾਡੀ ਇਹ ਡਿਊਟੀ ਬਣਦੀ ਹੈ, ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪ ਨੂੰ ਬਚਾਈਏ, ਆਪਣੇ ਪਰਿਵਾਰ ਨੂੰ ਬਚਾਈਏ ਤੇ ਆਪਣੇ ਸਮਾਜ ਨੂੰ ਬਚਾਈਏ ਤਾਂ ਕਿ ਸਾਡਾ ਆਉਣ ਵਾਲਾ ਕੱਲ੍ਹ ਜਿਹੜਾ ਹੈ ਉਹ ਪ੍ਰਭਾਵਿਤ ਨਾ ਹੋਵੇ, ਉਹਦੇ 'ਤੇ ਕੋਈ ਬੁਰਾ ਅਸਰ ਨਾ ਪਵੇ। ਵਿਸ਼ਵ ਦੇ ਵਿੱਚ ਕਰੋਨਾ ਮਹਾਮਾਰੀ ਨੇ ਬੜਾ ਵੱਡਾ ਫੈਲਾਅ ਕੀਤਾ ਹੋਇਆ ਔਰ ਪਿਛਲੇ 2 ਮਹੀਨੇ ਤੋਂ ਇੰਡੀਆ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਲਾਕਡਾਊਨ ਰਿਹਾ ਤੇ ਲੋਕੀ ਆਪਣੇ ਘਰੋਂ ਘਰੀ ਰਹੇ ਆ ਤੇ ਹੁਣ ਪਿਛਲੇ ਦਿਨੀ ਜਿਹੜੇ ਲਾਕਡਾਊਨ ਖੁੱਲ੍ਹਿਆ ਤੇ ਲੋਕਾਂ ਨੇ ਆਪਣੇ ਕੰਮਕਾਜ ਵੀ ਕਰਨੇ ਆ ਕਿਉਂਕਿ ਰੋਜੀ ਰੋਟੀ ਦਾ ਮਸਲਾ ਹੈ, ਪਰ ਉਹਦੇ ਨਾਲ ਹੀ ਆਪਾਂ ਨੂੰ ਪ੍ਰੀਕਾਸ਼ਨ ਰੱਖ ਕੇ ਆਪਾਂ ਨੂੰ ਜਿਹੜੀ ਜ਼ਿੰਦਗੀ ਜੀਣੀ ਪਏਗੀ। ਜਿਹੜੇ ਮਾਸਕ ਆਪਾਂ ਪਹਿਲਾਂ ਲਾਉਂਦੇ ਸੀ ਉਹ ਲਾ ਕੇ ਬਾਹਰ ਆਉਣਾ ਪਏਗਾ ਔਰ ਡਿਸਟੈਂਸ ਰੱਖਣਾ ਪਏਗਾ ਔਰ ਨਾਲ ਹੀ ਸੈਨੀਟਾਈਜ਼ ਸਫਾਈ ਦਾ ਖਿਆਲ ਵੀ ਰੱਖਣਾ ਪਏਗਾ। ਸਾਰੇ ਕਾਰਜ ਜਿਹੜੇ ਆ ਲੰਗਰ ਪ੍ਰਸ਼ਾਦਾ ਔਰ ਸੇਵਾ ਸੰਭਾਲ ਜਿਹੜੀ ਗੁਰੂ ਘਰਾਂ ਦੀ ਔਰ ਹੈਲਥ ਦੇ ਐਜੂਕੇਸ਼ਨ ਦੇ ਸਾਰੇ ਕਾਰਜ ਜਿਹੜੇ ਆ ਉਹ ਤੁਹਾਡੇ ਦਸਵੰਧ ਨਾਲ ਚੱਲਦੇ ਆ ਤਾਂ ਆਪਾਂ ਵੱਧ ਤੋਂ ਵੱਧ ਦਸਵੰਧ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ। ਬੇਸ਼ੱਕ ਸਰਕਾਰ ਨੇ ਲੋਕਡਾਊਨ ਖੋਲ੍ਹਿਆ ਪਰ ਤੁਸੀਂ ਇਸ ਲੋਕਡਾਊਨ ਦਾ ਨਜਾਇਜ਼ ਫਾਇਦਾ ਨਾ ਉਠਾਓ, ਰਸ਼ ਵਾਲੀ ਜਗ੍ਹਾ 'ਤੇ ਨਾ ਜਾਓ। ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਡਾਕਟਰਾਂ ਦੇ ਹਦਾਇਤਾਂ ਮੁਤਾਬਕ ਹੀ ਤੁਸੀਂ ਬਾਹਰ ਨਿਕਲੋ। ਮੈਂ ਵਧਾਈ ਦਿੰਦਾ ਸਾਧ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਰਕਰਸ ਨੂੰ ਇਹ ਕਹਿ ਕੇ ਕਿ ਲੋਕਾਂ ਦੀ ਸੇਵਾ ਕਰੋ, ਉਹ ਸਾਰੇ ਵਰਕਰਾਂ ਨੇ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ, ਮੰਦਿਰ ਗੁਰਦੁਆਰਾ ਕਮੇਟੀਆਂ ਮਹੱਲੇ ਦੀਆਂ ਸੰਸਥਾਵਾਂ ਨੇ ਕੀਤੀ। ਮੈਂ ਅਖੀਰ ਤੇ ਫਿਰ ਇਹੀ ਲੋਕਾਂ ਨੂੰ ਸੰਦੇਸ਼ ਦਿਆਂਗਾ ਕਿ ਆਪਣੇ ਘਰਾਂ ਤੋਂ ਕੋਈ ਜ਼ਰੂਰੀ ਕੰਮ ਵਾਸਤੇ ਬਾਹਰ ਜਾਣਾ ਪਵੇ ਤਾਂ ਜਾਓ ਤੇ ਆਪਣਾ ਜਿਹੜਾ ਮਾਸਕ ਪਹਿਨ ਕੇ ਬਾਹਰ ਜਾਇਆ ਜਾਏ। ਸਤਿ ਸ਼੍ਰੀ ਅਕਾਲ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਤੋਂ ਬਿਨਾਂ ਕੁੱਲ ਕਾਇਨਾਤ ਅਧੂਰੀ ਹੈ। ਸਮਾਜ ਦੇ ਹਰ ਮੋੜ ਉੱਤੇ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੀਆਂ ਔਰਤਾਂ ਅੱਜ ਕਰੋਨਾ ਮਹਾਮਾਰੀ 'ਚ ਵੀ ਆਪਣੀ ਅਹਿਮ ਔਰ ਸ਼ਾਨਦਾਰ ਭੂਮਿਕਾ ਨਿਭਾ ਰਹੀਆਂ ਨੇ। ਮੈਂ ਪਰਮਿੰਦਰ ਕੌਰ ਪੰਨੂ, ਇਸਤਰੀ ਅਕਾਲੀ ਦਲ ਪ੍ਰਧਾਨ ਜਲੰਧਰ ਹੋਣ ਦੇ ਨਾਤੇ ਡਾਕਟਰਸ, ਨਰਸਸ, ਪੁਲਿਸ ਆਫਿਸਰ ਅਤੇ ਹੋਰ ਵੱਖ-ਵੱਖ ਪਲੇਟਫਾਰਮਸ ਉੱਤੇ ਕਰੋਨਾ ਖਿਲਾਫ ਜੰਗ ਲੜ ਰਹੀਆਂ ਔਰਤਾਂ ਨੂੰ ਸਲਾਮ ਕਰਦੀ ਹਾਂ। ਮੈਂ ਅਰਦਾਸ ਕਰਦੀ ਹਾਂ ਉਸ ਅਕਾਲ ਪੁਰਖ ਅੱਗੇ ਕਿ ਆਪਣੇ ਬੱਚਿਆਂ ਤੇ ਮਿਹਰ ਕਰਨ ਤੇ ਸਾਨੂੰ ਸਭ ਨੂੰ ਇਸ ਮਹਾਮਾਰੀ ਤੋਂ ਆਜ਼ਾਦ ਕਰਨ। ਧੰਨਵਾਦ। ਸੈਲਫ ਆਈਸੋਲੇਸ਼ਨ ਤੇ ਸੈਲਫ ਕੁਆਰੰਟੀਨ। ਸੈਲਫ ਪੁਲਿਸਿੰਗ ਮਤਲਬ ਹਰ ਕੋਈ ਆਪਣਾ ਥਾਣੇਦਾਰ ਖੁਦ ਹੈਗਾ। ਜੇ ਲੋੜ ਹੈਗੀ ਹੈ ਤਾਂ ਹੀ ਘਰੋਂ ਬਾਹਰ ਨਿਕਲੋ, ਨਹੀਂ ਲੋੜ ਹੈ ਤੇ ਘਰੇ ਹੀ ਰਹੋ। ਸੈਲਫ ਆਈਸੋਲੇਸ਼ਨ ਦਾ ਮਤਲਬ ਹੈਗਾ ਜੇ ਤੁਸੀਂ ਕਿਤੇ ਗਏ ਹੋ ਬਾਹਰ, ਘਰ ਆਉਣ ਤੋਂ ਪਹਿਲੇ ਥੋੜੀ ਦੇਰ ਕਿਸੇ ਕਮਰੇ ਵਿੱਚ ਆਪਣੇ ਹੱਥ ਧੋ, ਆਪਣੇ ਕੱਪੜੇ ਚੇਂਜ ਕਰੋ, ਆਪਣੀ ਬਾਹਰ ਗਈ ਹੋਈ ਚੀਜ਼ਾਂ ਸਾਰੀਆਂ ਸੈਨੀਟਾਈਜ਼ ਕਰੋ। ਕੁਆਰੰਟਾਈਨ, ਜੇ ਤੁਸੀਂ ਠੀਕ ਨਹੀਂ ਫੀਲ ਕਰ ਰਹੇ ਹੋ, ਚਾਹੇ ਬੁਖਾਰ ਹਲਕਾ ਹੈਗਾ, ਹਲਕੀ ਖੰਘ ਹੈਗੀ, ਮੌਸਮੀ ਜ਼ੁਕਾਮ ਹੈਗਾ, ਕੁਝ ਵੀ ਹੈਗਾ, ਆਪਣੇ ਆਪ ਨੂੰ ਆਪਣੇ ਕਰਕੇ ਆਪਣੇ ਡਾਕਟਰ ਬਣ ਕੇ ਆਪਣੇ ਕਮਰੇ ਵਿੱਚ ਬੰਦ ਕਰ ਲਓ। ਲਾਕਡਾਊਨ ਰਹਿਣ ਤੋਂ ਬਾਅਦ ਕੋਈ 20-25 ਦਿਨ ਪਹਿਲਾਂ ਅਸੀਂ ਇੰਡਸਟਰੀ ਆਪਣੀ ਚਲਾਈ ਹੈ। ਇੱਥੇ ਅਸੀਂ ਸਾਰੇ ਮੇਜਰ ਜਿਹੜੇ ਗੌਰਮੈਂਟ ਨੇ ਕਹੇ ਹੈਗੇ ਆ, ਸੈਨੀਟਾਈਜ਼ ਕਰਨਾ, ਉਹਦਾ ਟੈਂਪਰੇਚਰ ਦੇਖਣਾ, ਆਪਣਾ ਸਾਰੇ ਜਿਹੜਾ ਸਾਫ਼ ਰੱਖਣਾ ਆਲਾ ਦੁਆਲਾ ਤੇ ਦੂਰੀ ਮੇਨਟੇਨ ਕਰਨੀ, ਸਭ ਮੇਨਟੇਨ ਕਰ ਰਹੇ ਹਾਂ। ਔਰ ਸਾਡੇ ਤਕਰੀਬਨ ਕੋਈ 80% ਸਾਡੀ ਸਟਰੈਂਥ ਦੀ ਸਾਡੀ ਲੇਬਰ ਆ ਗਈ ਹੈਗੀ ਹੈ ਔਰ ਕੰਮ ਕਰਦੇ ਆ, ਸਾਰੇ ਉਤਸ਼ਾਹ ਵਿੱਚ ਹੈਗੇ ਆ। ਅਸੀਂ ਉਹਨਾਂ ਨੂੰ ਨਾਲ ਬੈਠ ਕੇ ਸਮਝਾਉਂਦੇ ਹਾਂ ਕਿ ਸਾਡਾ ਜੋ ਸਾਰਾ ਕੁਛ ਹੈ ਇਹ ਗੌਰਮੈਂਟ ਜੋ ਸਾਨੂੰ ਕਹਿ ਰਹੀ ਹੈ ਸਾਡੇ ਫਾਇਦੇ 'ਚ ਹੈਗਾ, ਸਮਾਜ ਦੇ ਫਾਇਦੇ 'ਚ ਹੈਗਾ। ਵਰਕਰ ਦਾ ਹੌਸਲਾ ਬਣਿਆ ਰਹਿਣਾ, ਉਹਦਾ ਇਹ ਬਣਿਆ ਰਹਿਣਾ ਕਿ ਮੇਰੇ ਮਾਲਕ ਮੇਰੇ ਨਾਲ ਹੈਗੇ ਆ, ਮੈਨੂੰ ਕੋਈ ਦਿੱਕਤ ਨਹੀਂ ਆ ਸਕਦੀ ਹੈਗੀ ਤੇ ਮਾਲਕਾਂ ਨੂੰ ਇਹ ਮਹਿਸੂਸ ਹੋਵੇ ਵੀ ਸਰਕਾਰ ਸਾਡੇ ਨਾਲ ਹੈਗੀ ਆ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ। ਤੇ ਮੈਂ ਮਹਿਸੂਸ ਕਰਦਾ ਬੜੀ ਜਲਦੀ ਅਸੀਂ ਇਸ ਜੰਗ ਦੇ ਉੱਤੇ ਕਾਬੂ ਪਾ ਲਵਾਂਗੇ। ਪਿਛਲੇ 3 ਮਹੀਨਿਆਂ ਤੋਂ
ਇਸ ਕੋਵਿਡ ਦੀ ਬਿਮਾਰੀ ਤੋਂ ਆਪਣਾ ਬਚਾਅ ਕਰਨ ਦੇ ਵਾਸਤੇ ਜੂਝ ਰਹੇ ਹਾਂ। ਸਰਕਾਰਾਂ ਨੇ ਸਾਡੇ ਵਾਸਤੇ ਲਾਕਡਾਊਨ ਵੀ ਲਾਏ। ਹੁਣ ਲਾਕਡਾਊਨ ਖੋਲ੍ਹੇ ਗਏ ਨੇ, ਕੁਝ ਮਜਬੂਰੀਆਂ ਸਨ, ਖੁੱਲ੍ਹ ਗਏ ਹਨ ਕਿਉਂਕਿ ਇਕਨੋਮੀ ਵੀ ਕਾਫੀ ਥੱਲੇ ਆ ਰਹੀ ਸੀ। ਪਰ ਇਸ ਲਾਕਡਾਊਨ ਖੁੱਲ੍ਹਣ ਦਾ ਮਤਲਬ ਨਹੀਂ ਕਿ ਆਪਾਂ ਆਪਣੇ ਆਪ ਨੂੰ ਬਿਲਕੁਲ ਇਸ ਤੋਂ ਆਜ਼ਾਦ ਸਮਝੀਏ। ਮਾਸਕ ਪਾ ਕੇ ਰੱਖਣਾ, ਬਾਰ-ਬਾਰ ਹੱਥਾਂ ਨੂੰ ਧੋਣਾ, ਸੈਨੀਟਾਈਜ਼ਰ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਤੇ ਇਸ ਤੋਂ ਵੀ ਉੱਪਰ ਜ਼ਰੂਰੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਹਨ, ਜਿਹੜੇ ਸਾਡੇ ਬੱਚੇ ਹਨ, ਬਜ਼ੁਰਗਾਂ ਨੂੰ ਆਮ ਕਰਕੇ ਕੁਛ ਨਾ ਕੁਛ ਹੋਰ ਬਿਮਾਰੀਆਂ ਮਿਲਦੀਆਂ ਹਨ, ਜਿਵੇਂ 60 ਸਾਲ ਤੋਂ ਬਾਅਦ ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ, ਕਿਸੇ ਨੂੰ ਕਿਡਨੀ ਦੀ ਬਿਮਾਰੀ ਹੋ ਗਈ। ਤੇ ਉਹਨਾਂ ਦਾ ਧਿਆਨ ਰੱਖਣਾ ਪਹਿਲੇ ਬਾਕੀਆਂ ਨਾਲੋਂ ਵੀ ਜ਼ਿਆਦਾ ਜ਼ਰੂਰੀ। ਮਾਸਕ ਵੀ ਜਿਹੜਾ ਪਾਈਏ ਉਹ ਵਧੀਆ ਤਰੀਕੇ ਨਾਲ ਪਾਈਏ, ਕਿਉਂਕਿ ਦੇਖਣ ਦੇ ਵਿੱਚ ਆਇਆ ਕਿ ਲੋਕ ਮਾਸਕ ਨੂੰ ਇੱਕ ਫਾਰਮੈਲਿਟੀ ਤੇ ਇੱਕ ਮਜ਼ਾਕ ਸਮਝਦੇ ਨੇ। ਕਈਆਂ ਨੇ ਨੱਕ ਹੇਠ ਮਾਸਕ ਕੀਤਾ ਹੁੰਦਾ, ਕਿਸੇ ਨੇ ਮੂੰਹ ਦੇ ਉੱਪਰ ਮਾਸਕ ਕੀਤਾ ਹੁੰਦਾ। ਮਾਸਕ ਪ੍ਰੋਪਰ ਲਾਓ, ਪ੍ਰੀਕਾਸ਼ਨ ਪ੍ਰੋਪਰ ਲਾਓ ਤਾਂ ਕਿ ਆਪਾਂ ਇਸ ਬਿਮਾਰੀ ਤੋਂ ਜਿੱਤ ਪ੍ਰਾਪਤ ਕਰ ਸਕੀਏ। ਮੈਂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਜਲੰਧਰ ਦਿਹਾਤੀ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਇਹ ਕੋਵਿਡ-19 ਦਾ ਦੌਰ ਚੱਲ ਰਿਹਾ ਮਹਾਮਾਰੀ ਦਾ, ਜਿੱਥੇ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਨੇ ਆਪਣੀ ਬਣਦੀ ਸੇਵਾ ਨਿਭਾਈ ਆ। ਮੈਂ ਸ਼ੁਕਰਗੁਜ਼ਾਰ ਹਾਂ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਇਹ ਸੇਵਾ ਸਾਡੇ ਤੋਂ ਲਈ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਵੀ ਕੋਈ ਵੀ ਗਰੀਬ ਪਰਿਵਾਰ ਜਿੱਥੇ ਵੀ ਆਪਾਂ ਕਿਸੇ ਦੀ ਕੋਈ ਸਹਾਇਤਾ ਕਰ ਸਕਦੇ ਹੋਈਏ, ਆਪਾਂ ਨੂੰ ਇਹ ਕਰਨੀ ਚਾਹੀਦੀ ਆ। ਮੈਂ ਸਾਰੇ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਨੀ ਚਾਹੂੰਗਾ ਵੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਹੋਵੇ ਸਾਡੇ ਨਾਲ ਕੰਟੈਕਟ ਕਰਨ ਦੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਤੇ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ SOI ਵਿਦਿਆਰਥੀਆਂ ਦੇ ਹੱਕਾਂ ਦੇ ਲਈ ਨਿਰੰਤਰ ਕੰਮ ਕਰ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੇ ਸੰਕਟ ਦੇ ਵਿੱਚ ਮੈਂ SOI ਦਾ ਦੁਆਬਾ ਜ਼ੋਨ ਦਾ ਪ੍ਰਧਾਨ ਹੋਣ ਦੇ ਨਾਤੇ ਕਾਂਗਰਸ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੇਪਰਾਂ ਦੇ ਮਸਲੇ ਨੂੰ ਲੈ ਕੇ ਤੇ ਫੀਸਾਂ ਦੇ ਮਸਲੇ ਨੂੰ ਲੈ ਕੇ ਇਹਦਾ ਕੋਈ ਸਟੀਕ ਹੱਲ ਲੱਭਿਆ ਜਾਵੇ। ਨਹੀਂ ਤਾਂ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਹੁਤ ਲੰਬੇ ਸਮੇਂ ਤੋਂ ਪੈਸਾ ਫਸਿਆ ਹੋਇਆ ਹੈ ਉਹ ਇਸ਼ੂ ਕੀਤਾ ਜਾਵੇ ਤਾਂ ਜੋ ਜਿਹੜੇ ਚੰਗੇ ਅਦਾਰੇ ਆ ਉਹ ਵਿਦਿਆਰਥੀਆਂ ਦੀ ਭਲਾਈ ਦੇ ਲਈ ਕੰਮ ਕਰ ਸਕਣ। ਮੈਂ ਅੰਮ੍ਰਿਤਵੀਰ ਸਿੰਘ, ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਹੁਕਮਾਂ ਅਨੁਸਾਰ ਮੈਂ ਤੇ ਮੇਰੀ ਟੀਮ ਨੇ ਬੇਰੁਜ਼ਗਾਰ ਅਤੇ ਲੋੜਵੰਦ ਲੋਕਾਂ ਦੇ ਘਰ ਘਰ ਜਾ ਕੇ ਕਰੋਨਾ ਵਾਇਰਸ ਦੇ ਦੌਰਾਨ ਉਹਨਾਂ ਦੀ ਮਦਦ ਹਰ ਪੱਖੋਂ ਕੀਤੀ ਅਤੇ ਜੋ ਵੀ ਹੁਣ ਵੀ ਕਰ ਰਹੇ ਹਾਂ ਤੇ ਅੱਗੇ ਵੀ ਜਾਰੀ ਰਹੇਗੀ। ਸਰਦਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ ਨੂੰ ਉਹਨਾਂ ਦੇ ਪਾਰਟੀ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਯੂਥ ਵਿੰਗ ਦਾ ਪ੍ਰਧਾਨ ਬਣਾਉਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਜਿੱਦਾਂ ਕਿ ਉਹਨਾਂ ਨੇ SOI ਨੂੰ ਉੱਚੀਆਂ ਉਪਲਬਧੀਆਂ ਤੇ ਪਹੁੰਚਾਇਆ, ਉੱਦਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੂੰ ਵੀ ਹੋਰ ਉੱਚੀਆਂ ਉਪਲਬਧੀਆਂ ਤੇ ਪਹੁੰਚਾਉਣਗੇ। ਮੈਂ ਅਜੀਤ ਸਿੰਘ ਬੱਤੂ ਕਾਲਜ ਟੇਲਰ, ਮੇਰੇ ਨਾਲ ਮੇਰੇ ਸਹਿਯੋਗੀ ਲਵਲੀ ਡਾਵਰ ਜੀ ਜਿਹੜਾ ਪ੍ਰੋਜੈਕਟ ਨੈਕਸਟ ਮੇਰਾ ਸਾਥ ਦਿੰਦੇ ਨੇ। ਅਸੀਂ ਕਰਫਿਊ ਤੋਂ ਬਾਅਦ, ਲਾਕਡਾਊਨ ਤੋਂ ਬਾਅਦ ਸਰਕਾਰ ਦੇ ਦਿੱਤੇ ਹੋਏ ਨਿਰਦੇਸ਼ਾਂ ਦੇ ਮੁਤਾਬਕ ਜ਼ਿਆਦਾ ਆਪਣੇ ਕਾਰੋਬਾਰ ਦੇ ਐਕਟੀਵੇਟ ਹੋਏ। ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਰਿਹਾ ਪੰਜਾਬ ਸਰਕਾਰ ਦਾ, ਪੰਜਾਬ ਪੁਲਿਸ। ਮੈਂ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦੇਖੋ ਚੱਲਣ ਤੇ ਕੋਵਿਡ-19 ਨੂੰ ਤੇ ਪੂਰੀ ਮਾਤ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਕੌਰਵ ਮਾਗੋ, ਕੌਰਵ ਟੈਲੀਕਾਮ ਤੋਂ। ਅਸੀਂ ਕਰਫਿਊ ਔਰ ਲਾਕਡਾਊਨ ਤੋਂ ਬਾਅਦ ਤੁਹਾਡੀਆਂ ਸੇਵਾਵਾਂ ਦੇ ਵਿੱਚ ਫਿਰ ਹਾਜ਼ਰ ਹਾਂ। ਨਾਲੇ ਮੈਂ ਉਹਨਾਂ ਸੂਰਮਿਆਂ ਨੂੰ ਸਲਾਮ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਕਰਕੇ ਅਸੀਂ ਆਪਣੇ ਕੰਮਾਂ ਤੇ ਫਿਰ ਵਾਪਸ ਆਏ ਹਾਂ, ਜਿੱਦਾਂ ਸਾਡੀ ਪੰਜਾਬ ਪੁਲਿਸ, ਡਾਕਟਰ, ਸਾਡੇ DC ਸਾਹਿਬ, ਸਾਡੇ ਲੋਕਲ MLA ਸ਼੍ਰੀ ਪਾਵਾ ਜੀ ਹਲੇ, ਜਿਨ੍ਹਾਂ ਕਰਕੇ ਅਸੀਂ ਆਪਣੇ ਕੰਮਾਂ ਤੇ ਲੋਟੇ ਹਾਂ ਤੇ ਅਸੀਂ ਆਸ਼ਾ ਕਰਦੇ ਹਾਂ ਇਹ ਮਹਾਮਾਰੀ ਜਲਦੀ ਤੋਂ ਜਲਦੀ ਖਤਮ ਹੋਊਗੀ। ਧੰਨਵਾਦ। ਮੈਂ ਵਾਰਡ ਨੰਬਰ 5 ਤੋਂ, ਮੇਰੇ ਘਰ ਦੇ ਬਲਜਿੰਦਰ ਕੌਰ ਜੀ ਲੁਬਾਣਾ ਕਾਉਂਸਲਰ ਹਨ ਔਰ ਮੈਂ ਇਹਨਾਂ ਦੇ ਨਾਲ ਰਲ ਕੇ, ਮੇਰੀ ਟੀਮ ਦੇ ਨਾਲ ਰਲ ਕੇ ਸਾਰੇ ਇਲਾਕੇ ਨਿਵਾਸੀਆਂ ਦੀ ਸੇਵਾ ਕੀਤੀ ਹੈ। ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੀਆਂ ਹਦਾਇਤਾਂ ਅਨੁਸਾਰ ਤੁਹਾਡੀ ਵਾਰਡ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਆਉਣੀ ਚਾਹੀਦੀ, ਸੋ ਅਸੀਂ ਦਿਨ ਰਾਤ ਇੱਥੇ ਕੀਤਾ ਹੈ। ਗੁਰੂ ਕੇ ਲੰਗਰ ਵੀ ਲਗਾਏ ਹਨ। ਮੈਂ ਹੋਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਇਸ ਕਰੋਨਾ ਦੀ ਬਿਮਾਰੀ ਤੋਂ ਬਚੋ। ਜਿਸ ਕਿਸੇ ਨੂੰ ਲੋੜ ਹੈ ਉਹ ਬਾਹਰ ਜਾਓ, ਨਹੀਂ ਤੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ। ਜਦੋਂ ਤੱਕ ਸੰਕਟ ਇਹ ਆਇਆ ਹੈ ਉਦੋਂ ਤੱਕ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਲੋੜ ਹੈ ਤੇ ਵਾਰਡ ਨੰਬਰ 5 ਦੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਅਸੀਂ ਸਾਰਾ ਪਰਿਵਾਰ ਔਰ ਸਾਰੇ ਇਲਾਕਾ ਨਿਵਾਸੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਮੈਂ ਕਿਸਾਨ ਭਰਾਵਾਂ ਅੱਗੇ ਅਪੀਲ ਕਰਨੀ ਚਾਹੁੰਦਾ ਹਾਂ ਕਿ ਜੋ ਲੇਬਰ ਦੀ ਤੰਗੀ ਤੇ ਆਪਾਂ ਨੂੰ ਪਹਿਲਾਂ ਹੀ ਹੈ, ਪਰ ਹੁਣ ਆਪਾਂ ਕੰਮ ਵੀ ਆਪਣੇ ਕਰਨੇ, ਝੋਨਾ ਵੀ ਲਗਾਉਣਾ ਹੈ। ਸੋ ਇਸ ਲਈ
ਆਪਣਾ ਵੀ ਖਿਆਲ ਰੱਖਣਾ ਹੈ ਤੇ ਜੋ ਇਸ ਸਮੇਂ ਲੇਬਰ ਤੁਹਾਡੇ ਕੋਲ ਕੰਮ ਕਰ ਰਹੀ ਹੈ ਉਹਨਾਂ ਦਾ ਵੀ ਪੂਰਾ ਖਿਆਲ ਰੱਖਣਾ। ਸੋਸ਼ਲ ਜੋ ਡਿਸਟੈਂਸਿੰਗ ਹੈ, ਦੂਰੀ ਬਣਾ ਕੇ ਰੱਖਣੀ ਹੈ ਤੇ ਉਹਨਾਂ ਨੂੰ ਵੀ ਮਾਸਕ ਵਗੈਰਾ ਆਪ ਵੀ ਪਾਉਣੇ ਤੇ ਉਹਨਾਂ ਨੂੰ ਵੀ। ਤੇ ਦੂਜਾ, ਕਿਸਾਨ ਭਰਾਵਾਂ ਤੋਂ ਇਲਾਵਾ ਮੈਂ ਹਰ ਇੱਕ ਆਮ ਇਨਸਾਨ ਨੂੰ, ਨਾਗਰਿਕ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਸਰਕਾਰ ਦੁਆਰਾ ਜੋ ਹਦਾਇਤਾਂ ਜਾਰੀ ਕੀਤੀਆਂ ਹਨ ਉਹਨਾਂ ਦਾ ਪਾਲਣਾ ਉਹਨਾਂ ਦੀ ਕਰਨੀ ਹੈ ਤੇ ਤਾਂ ਜੋ ਆਪਾਂ ਇਸ ਭਿਆਨਕ ਮਹਾਮਾਰੀ ਨੂੰ ਹਰਾ ਕੇ ਇਸ ਤੇ ਜਿੱਤ ਪ੍ਰਾਪਤ ਕਰ ਸਕੀਏ। ਜਿਸ ਦਿਨ ਦਾ ਲਾਕਡਾਊਨ ਖਤਮ ਕੀਤਾ 31 ਮਈ 2020 ਤੋਂ, ਉਸ ਤੋਂ ਬਾਅਦ ਗਵਰਨਮੈਂਟ, ਸਾਰੇ ਆਪਣੇ ਮੁਲਕ ਦੀ ਗਵਰਨਮੈਂਟ ਇਹੀ ਟਰਾਈ ਕਰ ਰਹੀ ਹੈ ਕਿ ਜਿੰਨੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੀ ਜਾਵੇ ਤਾਂ ਕਿ ਇਹ ਕੋਵਿਡ ਤੋਂ ਆਪਾਂ ਜਲਦੀ ਰਾਹਤ ਪਾਈਏ। ਬਟ ਵੇਖਣ 'ਚ ਆ ਰਿਹਾ ਕਿ ਸੋਸ਼ਲ ਡਿਸਟੈਂਸਿੰਗ ਹਾਲੇ ਬਹੁਤ ਵੱਡਾ ਟਾਸਕ ਹੈ ਸਾਡੇ ਵਾਸਤੇ, ਸਾਡੇ ਕੰਟਰੀ ਵਾਸਤੇ। ਮਾਸਕ ਦਾ ਯੂਜ਼ ਕਰਨਾ, ਸੈਨੀਟਾਈਜ਼ਰ ਦਾ ਯੂਜ਼ ਕਰਨਾ, ਔਰ ਜੇ ਇੱਕ ਤੁਹਾਡੇ ਇਲਾਕੇ ਦੇ ਵਿੱਚ ਕਿਸੇ ਵਸਨੀਕ ਨੂੰ ਜਾਂ ਆਸ-ਪਾਸ ਕਿਸੇ ਨੂੰ ਇਸ ਤਰ੍ਹਾਂ ਦੇ ਕੋਈ ਸਿੰਪਟਮ ਹੋਣ ਤਾਂ ਉਹ ਆਪਣੇ ਆਪ ਨੂੰ ਆਟੋਮੈਟਿਕਲੀ ਖੁਦ ਹੀ ਕੁਆਰੰਟੀਨ ਕਰੇ। ਵੀ ਇਹੋ ਜਿਹੀ ਜੰਗ ਹੈ ਜਿਹਨੂੰ ਇਕੱਠੇ ਰਹਿ ਕੇ ਨਹੀਂ, ਅਲੱਗ ਰਹਿ ਕੇ, ਸੋਸ਼ਲ ਡਿਸਟੈਂਸਿੰਗ ਨਾਲ ਰਹਿ ਕੇ, ਪ੍ਰੀਕਾਸ਼ਨਰੀ ਮੇਅਰ ਲੈ ਕੇ ਪੂਰੇ ਤਰੀਕੇ ਨਾਲ ਜਿੱਤਿਆ ਜਾ ਸਕਦਾ ਹੈ। ਮੈਂ ਰਵੀ ਪਾਠਕ ਇਲੈਕਸ਼ਨ ਦੂਰਮਹਿਲ ਕਲੋਜ਼ ਸਟੋਰ ਤੋਂ। ਲਾਕਡਾਊਨ ਤੋਂ ਬਾਅਦ ਅਸੀਂ ਮੁੜ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਸਾਡੀ ਸਟੋਰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਰਕਾਰੀ ਜਿਹੜੀਆਂ ਹਦਾਇਤਾਂ ਆ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰ ਰਹੇ ਹਾਂ, ਚਾਹੇ ਸੋਸ਼ਲ ਡਿਸਟੈਂਸਿੰਗ ਹੈ ਤੇ ਚਾਹੇ ਸੈਨੀਟਾਈਜ਼ਿੰਗ ਹੈ। ਹਰ ਇੱਕ ਹਦਾਇਤ ਦਾ ਪੂਰੀ ਤਰ੍ਹਾਂ ਨਾਲ ਪਾਲਨ ਹੋ ਰਿਹਾ। ਕਸਟਮਰ ਦੀ, ਸਟਾਫ ਦੀ, ਸਾਡੀ ਆਪਣੀ ਜਿਹੜੀ ਸਿਕਿਉਰਿਟੀ ਹੈ ਉਹ ਸਭ ਤੋਂ ਪਹਿਲਾਂ ਸਾਡੀ ਪ੍ਰਾਇੋਰਟੀ ਹੈ ਜੀ। ਸਾਡੇ ਕਸਟਮਰਸ ਨੂੰ ਸਾਡਾ ਇੱਕੋ ਹੀ ਸੰਦੇਸ਼ ਹੈ, ਇੱਕੋ ਹੀ ਸਾਡੀ ਬੇਨਤੀ ਹੈ ਕਿ ਤੁਸੀਂ ਜਿਹੜਾ ਹੈ ਨਿਤੜਕ ਹੋ ਕੇ ਆਓ ਔਰ ਅਸੀਂ ਹਰ ਤਰ੍ਹਾਂ ਦੇ ਨਾਲ ਤੁਹਾਡਾ ਖਿਆਲ ਰੱਖਾਂਗੇ। ਸਾਡੇ ਦੇਸ਼ 'ਚ ਵੀ ਅੱਜ ਦੀ ਡੇਟ ਤੱਕ ਤਕਰੀਬਨ 3 ਲੱਖ ਦੇ ਕਰੀਬ ਕਰੋਨਾ ਦਾ ਮਰੀਜ਼ ਹੋ ਚੁੱਕਾ, ਜਿਹਦੇ ਵਿੱਚ 7-8 ਹਜ਼ਾਰ ਦੇ ਕਰੀਬ ਮੌਤਾਂ ਵੀ ਹੋਈਆਂ ਵਾ। ਤੇ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਨਹੀਂ ਲੱਗਦਾ ਵੀ ਇਹ ਕਰੋਨਾ ਸਾਡੇ ਮੁਲਕ 'ਚੋਂ ਜਾਂ ਦੁਨੀਆ 'ਚੋਂ ਐਡੀ ਛੇਤੀ ਚਲੇ ਜਾਏਗਾ। ਬੜਾ ਔਖਾ ਸਮਾਂ ਵਾ। ਇੰਨਾ ਕਹਿੰਦਾ ਹੋਇਆ ਮੈਂ ਇੱਕ ਵਾਰੀ ਫੇਰ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਹਾਂ ਵੀ ਇਸ ਵੇਲੇ ਜਿਹੜੀ ਕਰੋਨਾ ਦੀ ਵੈਕਸੀਨ ਆ ਉਹ ਸਾਡੇ ਸਿਹਤ ਮੰਤਰੀ ਦੇਸ਼ ਦੇ ਨੇ ਕਿਹਾ ਵਾ ਵੀ ਇਹਨੂੰ ਵੈਕਸੀਨ ਸਮਝਿਆ ਜਾਵੇ। ਮਾਸਕ ਜ਼ਰੂਰ ਲਾਓ ਤੇ 2 ਗਜ਼ ਦੀ ਦੂਰੀ ਬਣਾ ਕੇ ਰੱਖੋ, ਭੀੜ ਭਾੜ ਤੋਂ ਬਚੋ। ਇੰਨਾ ਕਹਿੰਦਾ ਹੋਇਆ ਜੈ ਹਿੰਦ। ਮੈਂ ਚੇਅਰਮੈਨ ਸੇਂਟ ਸੋਲਜਰ ਗਰੁੱਪ ਆਫ ਇੰਸਟੀਟਿਊਸ਼ਨਸ। ਲੌਕਡਾਊਨ ਦੇ ਦੌਰਾਨ ਜੋ ਵਿਦਿਆਰਥੀ ਇੰਜੀਨੀਅਰਿੰਗ, ਹੋਟਲ ਮੈਨੇਜਮੈਂਟ, ਡਿਗਰੀ ਕੋਰਸਾਂ, ਪੋਲੀਟੈਕਨਿਕ, ਲਾ, ਫਾਰਮੇਸੀ, ਬੀਐਡ, ਨਰਸਿੰਗ, ਫਿਜ਼ੀਓਥੈਰੇਪੀ, ਆਈਟੀਆਈ ਆਦਿ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਕਰਾਉਣਾ ਚਾਹੁੰਦੇ ਹਨ ਜਾਂ ਕਨਫਿਊਜ਼ ਹਨ ਕਿ ਉਹ ਕਿਸ ਕੋਰਸ ਵਿੱਚ ਦਾਖਲਾ ਲੈਣ, ਉਹ ਵਿਦਿਆਰਥੀ ਮਾਸਕ ਪਾ ਕੇ ਕਾਲਜ ਆ ਸਕਦੇ ਹਨ ਜਾਂ ਘਰ ਬੈਠਿਆਂ 9814003681 ਤੇ ਫੋਨ ਕਰਕੇ ਜਾਂ ਸਾਡੀ ਵੈਬਸਾਈਟ saintsoldiergroup.com ਤੇ ਜਾ ਕੇ ਗਾਈਡੈਂਸ ਲੈ ਸਕਦੇ। ਮੈਂ ਡਾਕਟਰ GS ਗਿੱਲ, ਮੈਂਬਰ ਪੰਜਾਬ ਮੈਡੀਕਲ ਕਾਉਂਸਲ ਤੇ ਪਾਸਟ ਪ੍ਰੈਜ਼ੀਡੈਂਟ ਸਟੇਟ ਆਈ ਨੇ। ਮੈਂ ਇੱਕ ਜਿਹੜਾ ਕਰੋਨਾ ਦੀ ਮਹਾਮਾਰੀ ਸਾਰੀ ਦੁਨੀਆ 'ਤੇ ਚੱਲੀ ਹੈ ਉਹਦੇ ਬਾਰੇ ਹਰ ਬੰਦਾ ਜਿਹੜਾ ਉਹ ਅੱਜ ਕੱਲ੍ਹ ਵਰੀਡ ਆ, ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਕਿ ਕਿਉਂਕਿ ਇਹ ਬਿਮਾਰੀ ਜਿਹੜੀ ਹੈਗੀ ਆ ਇਹਦਾ ਕੋਈ ਵੀ ਪੱਕਾ ਇਲਾਜ ਅਜੇ ਤੱਕ ਡਾਕਟਰਾਂ ਕੋਲ ਨਹੀਂ ਹੈਗਾ ਅਤੇ ਵੈਕਸੀਨ ਲਾਉਣ ਦੇ ਵਿੱਚ ਵੀ ਕਾਫੀ ਦੇਰ ਲੱਗਣਗੀ। ਸਾਰੀ ਜਿਹੜੀ ਦੁਨੀਆ ਇਸ ਪਾਸੇ ਲੱਗੀ ਹੋਈ ਆ। ਇਸ ਕਰਕੇ ਜੋ ਇਹਦਾ ਇਸ ਵੇਲੇ ਇਤਿਹਾਸ ਆ ਉਹ ਸਿਰਫ ਪਰਹੇਜ਼, ਮਾਸਕ ਜ਼ਰੂਰ ਪਹਿਨੋ, ਡਿਸਟੈਂਸਿੰਗ ਰੱਖੋ ਅਤੇ ਆਪਣੇ ਆਪ ਨੂੰ ਸਟੇ ਐਟ ਹੋਮ ਸੇਫ ਵੀ ਇਹ ਕਰਕੇ ਜ਼ਰੂਰੀ ਆਪਣੇ ਘਰਾਂ ਦੇ ਵਿੱਚ ਠਹਿਰੋ। ਬਹੁਤ ਜ਼ਰੂਰੀ ਜਿੱਥੇ ਗੱਲ ਹੈਗੀ ਉੱਥੇ ਬਾਹਰ ਜਾਓ। ਦੂਜੀ ਗੱਲ ਜਿਹੜੀ ਜ਼ਰੂਰੀ ਹੈਗੀ ਆ ਇਹਦੇ ਵਿੱਚ ਜਿਹੜੀ ਡਾਕਟਰੀ ਤੌਰ 'ਤੇ ਕਹਿਣਾ ਚਾਹੂੰਗੀ ਆਪਣੀ ਜਿਹੜੀ ਸੈਲਫ ਇਮਿਊਨਿਟੀ ਆ ਉਸ ਨੂੰ ਵਧਾਓ। ਉਸ ਨੂੰ ਵਿੱਚ ਜਿਹੜੀ ਸਪਲੀਮੈਂਟ ਕਰਨ ਵਾਸਤੇ ਤੁਸੀਂ ਵਿਟਾਮਿਨ C ਲਗਾਓ। ਕਿਸੇ ਵੀ ਵਿਅਕਤੀ ਨੂੰ ਜੇ ਖੰਘ ਹੋਵੇ, ਜ਼ੁਕਾਮ ਹੋਵੇ ਤੇ ਬੁਖਾਰ ਹੋਵੇ ਤੇ ਤੁਸੀਂ ਬਿਲਕੁਲ ਨਹੀਂ ਡਰਨਾ ਹੈ। ਤੁਸੀਂ ਹਸਪਤਾਲ ਆ ਕੇ ਸਾਨੂੰ ਦਿਖਾਉਣਾ ਹੈ ਤੇ ਅਸੀਂ ਤੁਹਾਡੀ ਜਾਂਚ ਕਰਾਂਗੇ। ਜਾਂਚ ਕਰਕੇ ਤੁਹਾਨੂੰ ਜੇ ਸਾਨੂੰ ਲੱਗੇਗਾ ਕਿ ਇਹ ਕਰੋਨਾ ਦੇ ਲੱਛਣ ਹੈ, ਜੇ ਜੋ ਕਿ ਫੀਵਰ ਹੁੰਦਾ ਹੈ, ਬੁਖਾਰ ਹੁੰਦਾ ਹੈ, ਖੰਘ ਹੁੰਦੀ ਹੈ, ਗਲ 'ਚ ਦਰਦ ਹੁੰਦੀ ਹੈ, ਜ਼ੁਕਾਮ ਹੁੰਦਾ ਹੈ, ਜੇ ਸਾਨੂੰ ਲੱਗੇਗਾ ਕਿ ਤੁਹਾਡੇ ਟੈਸਟ ਹੋਣਗੇ ਔਰ ਤੁਹਾਨੂੰ ਕਰੋਨਾ ਦਾ ਸਸਪੈਕਟ ਹੋਊਗਾ ਤੇ ਅਸੀਂ ਤੁਹਾਨੂੰ ਆਪਣੇ ਹੀ CMC ਹਸਪਤਾਲ ਦੇ लैब भेज के ਤੁਹਾਡੇ सैंपल भेज के ਤੁਹਾਡਾ कोरोना का टेस्ट कराएंगे। हमारे पास एम्बुलेंस सेवाएं भी उपलब्ध है, तो हम आपको घर से भी अगर आपको लगेगा हम आपको पिकअप करके टेस्ट करवा सकते हैं। इसका जो सिनेरियो चल रहा है, जो कोविड-19 की प्रॉब्लम एक वायरस ने सारे सारों को इफेक्ट किया हुआ है, सब तो जरूरी जो ये है कि आप जो भी कोई
ਹਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ। ਆਪਾਂ ਸਭ ਤੋਂ ਇੰਪੋਰਟੈਂਟ ਜੋ ਜ਼ਰੂਰੀ ਚੀਜ਼ ਇਹ ਰੱਖਣੀ ਹੈ, ਆਪਣੇ ਆਸ-ਪਾਸ ਦੇ ਦੁਆਲੇ 'ਚ ਤੁਸੀਂ ਹੱਥ ਰੈਗੂਲਰਲੀ ਆਪਣੇ ਹੱਥ ਧੋਣੇ ਹੈ, ਮਾਸਕ ਦੀ ਵਰਤੋਂ ਜ਼ਰੂਰੀ ਕਰੋ। ਸਭ ਤੋਂ ਇੰਪੋਰਟੈਂਟ ਹੈ ਮਾਸਕ ਦੀ ਵਰਤੋਂ, ਇੱਕ ਦੂਜੇ ਦੇ ਨਾਲ ਦੂਰੀ ਰੱਖਣਾ, ਜੋ ਆਪਾਂ ਸੋਸ਼ਲ ਡਿਸਟੈਂਸਿੰਗ ਸਭ ਨੂੰ ਹੈ। ਇਹ ਸਾਡੇ ਪ੍ਰਧਾਨ ਮੰਤਰੀ ਤੇ ਨਾਲ ਸਾਡੇ ਸੀਐਮ ਸਾਰੇ ਹੀ ਆਪਾਂ ਨੂੰ ਸਭ ਨੂੰ ਇੱਕ ਮੈਸੇਜ ਸੈਂਡ ਕਰ ਰਹੇ। ਅਸੀਂ ਬਿਲਕੁਲ ਵੀ ਘਬਰਾਉਣਾ ਨਹੀਂ, ਅਸੀਂ ਸਾਰਿਆਂ ਨੇ ਉਹ ਸਾਰੀ ਚੀਜ਼ਾਂ ਕੋਵਿਡ ਦੀ ਪ੍ਰੋਟੈਕਸ਼ਨ ਕਰਨੀ ਹੈ ਤੇ ਆਪਾਂ ਉਹ ਸਾਰੀ ਚੀਜ਼ਾਂ ਦੀ ਪੂਰੀ ਇhtiyat ਰੱਖ ਕੇ ਤੁਹਾਨੂੰ ਸੇਵਾਵਾਂ ਦੇਵਾਂਗੇ ਤੇ ਟ੍ਰੀਟ ਕਰਾਂਗੇ। ਬਹੁਤ ਹੀ ਸਤਿਕਾਰਯੋਗ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਅਸੀਂ ਆਪੋ ਆਪਣੇ ਸਾਰੇ ਇਲਾਕਿਆਂ ਦੇ ਵਿੱਚ, ਚਾਹੇ ਉਹ ਵਿਧਾਨ ਸਭਾ ਹਲਕਾ ਦੱਖਣੀ ਹੈ ਜਾਂ ਉਹ ਵਿਧਾਨ ਸਭਾ ਹਲਕਾ ਆਤਮਨਗਰ ਹੈ, ਲਗਾਤਾਰ ਸੰਗਤ ਨਾਲ ਰਾਬਤਾ ਰੱਖ ਕੇ ਉਹਨਾਂ ਨੂੰ ਰਾਸ਼ਨ ਜਾਂ ਜਿਹੜੀਆਂ ਵੀ ਹੋਰ ਘਰਾਂ ਦੀਆਂ ਜ਼ਰੂਰਤਾਂ ਨੇ, ਜੇ ਕੋਈ ਇਲਾਕੇ ਸੈਨੀਟਾਈਜ਼ ਕਰਨੇ ਆ ਉਹ ਇਲਾਕੇ ਸੈਨੀਟਾਈਜ਼ ਵੀ ਕੀਤੇ ਗਏ ਨੇ। ਔਰ ਇਸ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਲਾਮਿਸਾਲ ਕਾਰਜ ਕੀਤੇ ਆ ਮਾਨਵਤਾ ਦੀ ਸੇਵਾ ਦੇ, ਉਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਹੜੇ ਆ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੇ, ਮਾਸਕ ਪਹਿਨਣ ਦੇ ਨਿਯਮ ਨੇ, ਜਾਂ ਇੱਕ ਦੂਜੇ ਤੋਂ ਹੱਥ ਮਿਲਾਉਣ ਤੋਂ ਸੰਕੋਚ ਕਰਨ ਦੇ ਨਿਯਮ ਆ, ਇਹਨਾਂ ਦੀ ਅਸੀਂ ਪਾਲਣਾ ਵੀ ਕਰੀਏ ਔਰ ਰਲ ਮਿਲ ਕੇ ਸਮਾਜ ਸੇਵਾ ਦੇ ਲਈ ਜਿੱਥੇ ਜਿੱਥੇ ਵੀ ਕਿਤੇ ਆਪਣਾ ਲੋੜਵੰਦ ਕੋਈ ਸੱਜਣ ਸਾਥੀ ਹੈਗਾ ਉਹਦੀ ਆਪਾਂ ਮਦਦ ਵੀ ਜ਼ਰੂਰ ਕਰੀਏ। ਮੈਂ ਇਹਨਾਂ ਸਾਰੇ ਇਸ ਕੰਮ ਲਈ ਆਪ ਜੀ ਨੂੰ ਬੇਨਤੀ